Students, अपना next topic है classification of reagents. There are three kinds of reagents. First category है free radicals दी. We had already studied about them. Second category is electrophilic reagents. Electrophilic reagents ਹੁੰਦੇ ਨੇ बेटा which are deficient in electrons, which are electron loving. They always roam about and they try to find electron source. सो बटा देखते रहते हैं कि कित्थे इलैक्ट्रॉन डेंसिटी ज़्यादा कित्थे वो अटैक कर इलैक्ट्रोफाइल्स दियाँ ਜਿਹੜੇ ਰੀਏਜੈਂਟਸ ਨੇ ਉਹ ਦੋ ਕਿਸਮ ਦੇ ਹੋ ਸਕਦੇ ਹੈ ਜਾਂ ਤਾਂ ਉਹਨਾਂ 'ਤੇ ਪੋਜ਼ੀਟਿਵ ਚਾਰਜ ਹੋ ਸਕਦਾ ਹੈ ਜਿਹਦੇ ਤੋਂ ਸਾਨੂੰ ਸਿੱਧਾ ਪਤਾ ਲੱਗਦਾ ਕਿ ਦੇ ਆਰ ਡੈਫੀਸ਼ੀਐਂਟ ਇਨ ਇਲੈਕਟ੍ਰੋਨਸ ਤਾਂ ਪੋਜ਼ੀਟਿਵਲੀ ਚਾਰਜ ਕਿਹੜੇ ਕਿਹੜੇ ਆ ਫੋਰ ਐਗਜ਼ਾਮਪਲ H ਪੋਜ਼ੀਟਿਵ ਆਇਨ ਜਿਹਨੂੰ H ਪੋਜ਼ੀਟਿਵ ਨੂੰ H3O ਪੋਜ਼ੀਟਿਵ ਵੀ ਲਿਖ ਲੈਂਦੇ ਹਾਂ ਔਰ NO2 ਪੋਜ਼ੀਟਿਵ ਆਇਨ ਔਰ ਕਾਰਬੋਕੇਟਾइंस ਸੋ ਦੇ ਆਰ obviously electron deficient compound. Second category ਆਉਂਦੀ ਹੈ ਕਿ ਜਿੱਥੇ ਚਾਰਜ ਪੋਜ਼ਿਟਿਵ ਤਾਂ ਨਹੀਂ ਹੁੰਦਾ ਜਿੱਥੋਂ ਇੱਕਦਮ ਤਾਂ ਜੱਜ ਨਹੀਂ ਕਰ ਸਕਦੇ but we can see that some compounds which are electron deficient ਜਿਵੇਂ Lewis acids ਨੇ AlCl3 FeCl3 BF3 ਇਸ ਤਰ੍ਹਾਂ ਦੇ ਜਿਹੜੇ ਕੰਪਾਊਂਡਸ ਨੇ ਇਹਨਾਂ ਦਾ ਵੀ ਵੈਲੈਂਸ ਪੂਰਾ ਨਹੀਂ ਹੁੰਦਾ ਇਸ ਲਈ they are neutral but they are electron deficient species. ਇਸੇ ਤਰ੍ਹਾਂ ਹੀ ਜਿਹੜੀਆਂ ਕਾਰਬਨਸ ਜਿਵੇਂ ਆਪਾਂ ਪੜ੍ਹੀਆਂ ਨੇ ਅਗੇਨ ਦੇ ਆਰ ਨਿਊਟਰਲ ਦੇ ਡੋਂਟ ਬੇਅਰ ਐਨੀ ਚਾਰਜ ਬਟ ਦੇ ਆਰ ਇਲੈਕਟ੍ਰੋਨ ਡੈਫੀਸ਼ੀਐਂਟ ਬਿਕੋਜ਼ ਦੇਅਰ ਆਕਟੇਟ ਇਜ਼ ਨਾਟ ਕੰਪਲੀਟ ਦੇ ਆਰ ਹੈਵਿੰਗ 6 ਇਲੈਕਟ੍ਰੋਨਸ CH2 ਆਪਾਂ ਐਗਜ਼ਾਮਪਲ ਕੀਤੀ ਹੈ CCl2 ਦੀ ਕੀਤੀ ਹੈ ਸੋ ਦੇ ਆਰ ਡੈਫੀਸ਼ੀਐਂਟ ਇਨ ਇਲੈਕਟ੍ਰੋਨਸ ਬਿਕੋਜ਼ ਦੇਅਰ ਆਕਟੇਟ ਇਜ਼ ਨਾਟ ਕੰਪਲੀਟ ਸੋ ਹੁਣ ਇਹ ਜਿਹੜੇ ਇਲੈਕਟ੍ਰੋਫਾਈਲਸ ਨੇ ਉੱਥੇ ਅਟੈਕ ਕਰਨਗੇ ਜਿੱਥੇ ਇਲੈਕਟ੍ਰੋਨ ਰਿਚ ਸੈਂਟਰ ਹੋਊਗਾ ਕੋਈ ਜਿੱਥੇ ਇਲੈਕਟ੍ਰੋਨਸ ਉਹਨਾਂ ਨੂੰ ਦਿਖ ਰਹੇ ਹੋਣਗੇ ਜਾਂ ਨੈਗੇਟਿਵ ਚਾਰਜ ਹੋਊ ਜਾਂ ਫਿਰ ਲੋਨ ਪੇਅਰ ਆਫ ਇਲੈਕਟ੍ਰੋਨਸ ਹੋ ਸੋ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਜਿਹਦੇ 'ਚ ਇਲੈਕਟ੍ਰੋਫਿਲਿਕ ਰੀਏਜੈਂਟਸ ਆਉਂਦੇ ਹੈ ਅਟੈਕ ਕਰਦੇ ਆ ਅਟੈਕਿੰਗ ਰੀਏਜੈਂਟਸ ਇਲੈਕਟ੍ਰੋਫਾਈਲਸ ਹੁੰਦੇ ਆ ਦੇ ਆਰ ਨੋਨ ਐਜ਼ ਇਲੈਕਟ੍ਰੋਫਿਲਿਕ ਰਿਐਕਸ਼ਨਸ ਸੈਕਿੰਡ ਕੈਟੇਗਰੀ ਰਾਦਰ ਥਰਡ ਕੈਟੇਗਰੀ ਇਜ਼ ਨਿਊਕਲੀਓਫਿਲਿਕ ਰੀਏਜੈਂਟਸ ਸੋ ਦੇ ਆਰ ਨਿਊਕਲੀਅਸ ਫਾਈਂਡਿੰਗ ਸੋ ਦੇ ਆਰ rich in electrons. So they are looking for any site which is having positive charge. So again such species they may bear charge or they may be neutral. For example, negatively charged species are OH negative ion, halide ions Cl negative, F negative, Br negative, CH3O alkoxide ion RO negative, R can be CH3 ਜਾਂ ਫਿਰ ਈਥੋਕਸਾਈਡ ਆਇਨ ਹੈ ਜਿਸ ਤਰ੍ਹਾਂ C2H5O ਨੈਗੇਟਿਵ ਸੋ ਅਲਕੋਕਸਾਈਡ ਆਇਨ ਅੰਡਰ ਆ ਗਿਆ ਸਾਇਨਾਈਡ ਆਇਨ Cn ਨੈਗੇਟਿਵ ਐਂਡ ਕਾਰਬਨ ਆਇਨਸ ਜਿਵੇਂ CH3 ਨੈਗੇਟਿਵ C2H5 ਨੈਗੇਟਿਵ ਸੋ ਨੈਗੇਟਿਵਲੀ ਚਾਰਜ ਜਿਹੜੀਆਂ ਸਪੀਸ਼ੀਜ਼ ਨੇ ਦੇ ਐਕਟ ਐਜ਼ ਨਿਊਕਲੀਓਫਾਈਲਸ ਸੈਕਿੰਡ ਕੈਟੇਗਰੀ ਇਜ਼ ਨਿਊਟਰਲ ਨਿਊਕਲੀਓਫਾਈਲਸ ਇਹ ਕਿਹੜੇ ਹੋ ਸਕਦੇ ਆ ਜਿਨ੍ਹਾਂ ਦੇ ਉੱਤੇ ਚਾਰਜ ਤਾਂ ਨੈਗੇਟਿਵ ਨਹੀਂ ਹੈ ਬਟ ਦੇ ਆਰ ਹੈਵਿੰਗ ਲੋਨ ਪੇਅਰਸ ਆਫ ਇਲੈਕਟ੍ਰੋਨਸ ਫੋਰ ਐਗਜ਼ਾਮਪਲ ਵਾਟਰ ਅਮੋਨੀਆ alcohols so ਇਸ ਤਰ੍ਹਾਂ ਦੇ which don't bear any negative charge but they are electron rich species so reactions ਜਿਹਦੇ 'ਚ nucleophilic reagents attacking reagents ਦੀ ਤਰ੍ਹਾਂ use ਹੁੰਦੇ ਨੇ ਜਾਂ appear ਹੁੰਦੇ ਨੇ they are known as nucleophilic reactions so it depends upon the type of attacking reagent so that we may name the reaction as electrophilic reaction or nucleophilic reaction. Then next topic is energy considerations. So energy consideration ਦੇ ਅੰਦਰ ਬੇਟਾ ਅਸੀਂ ਥੋੜਾ ਮੈਂਸ਼ਨ ਇਹਦਾ ਪੜ੍ਹਨਾ ਹੈ ਫਸਟ ਹੈਗੀ ਕੋਲੀਸ਼ਨ ਥਿਊਰੀ ਦੂਜੀ ਹੈਗੀ ਟ੍ਰਾਂਜੀਸ਼ਨ ਸਟੇਟ ਥਿਊਰੀ ਸੋ ਐਨਰਜੀ ਪ੍ਰੋਸੈਸਿਸ ਬਾਰੇ ਦੋ ਕੰਡੀਸ਼ਨਸ ਨੇ ਫॉर ਕੋਲੀਸ਼ਨ ਥਿਊਰੀ ਕਿ ਕੋਲਾਈਡਿੰਗ ਪਾਰਟੀਕਲਸ ਮਸਟ ਹੈਵ ਅ ਸਰਟਨ ਮਿਨੀਮਮ ਅਮਾਊਂਟ ਆਫ ਐਨਰਜੀ ਨੋਨ ਐਜ਼ ਥ੍ਰੈਸ਼ਹੋਲਡ ਐਨਰਜੀ ਸੋ ਜਿਹੜੇ ਕੋਲਾਈਡਿੰਗ ਪਾਰਟੀਕਲਸ ਨੇ ਉਹ ਰਿਐਕਟੈਂਟ ਤੋਂ ਪ੍ਰੋਡਕਟ ਦੇ ਵਿੱਚ ਚੇਂਜ ਹੋਣ ਇਸ ਲਈ ਉਹਨਾਂ ਦੀ ਮਿਨੀਮਮ ਐਨਰਜੀ ਚਾਹੀਦੀ ਹੈ ਘੱਟੋ ਘੱਟ ਅਮਾਊਂਟ ਆਫ ਐਨਰਜੀ ਚਾਹੀਦੀ ਹੈ ਦੈਟ ਇਜ਼ ਥ੍ਰੈਸ਼ਹੋਲਡ ਐਨਰਜੀ ਮਤਲਬ ਉਨੀ ਐਟਲੀਸਟ ਹੋਣੀ ਚਾਹੀਦੀ ਹੈ ਫਿਰ ਹੀ ਰਿਐਕਟ ਕਰਨਗੇ ਦ ਕੋਲਾਈਡਿੰਗ ਪਾਰਟੀਕਲ ਸੈਕਿੰਡ ਹੈ ਕੋਲਾਈਡਿੰਗ ਪਾਰਟੀਕਲਸ ਮਸਟ ਬੀ ਪ੍ਰੋਪਰਲੀ ਓਰੀਐਂਟਡ ਸੋ ਉਹਨਾਂ ਦੀ ਓਰੀਐਂਟੇਸ਼ਨ ਵੀ ਪ੍ਰੋਪਰ ਹੋਣੀ ਚਾਹੀਦੀ ਹੈ ਸੋ ਜਿਹੜਾ ਫਰਸਟ ਵਾਲਾ ਇਹਦਾ ਪੁਆਇੰਟ ਹੈ ਇਹਨੂੰ ਐਕਸਪਲੇਨ ਕਰਨ ਲਈ ਲੈਟਸ ਲੁੱਕ ਐਟ ਦਿਸ ਡਾਇਗ੍ਰਾਮ ਸੋ ਹੇਅਰ along one axis is energy along the second axis is progress of reaction कि with time ਜਦੋਂ reactants products ਦੇ ਵਿੱਚ change ਹੁੰਦੇ ਹੈ
ਤਾਂ ਉਦੋਂ ਕੀ ਚੇਂਜਸ ਆਉਂਦੀਆਂ ਨੇ। ਸੋ ਐਨਰਜੀ ਆਫ ਰਿਐਕਟੈਂਟਸ ਇਜ਼ ਸ਼ੋਨ ਔਨ ਲੈਫਟ ਹੈਂਡ ਸਾਈਡ ਕਿ ਇੱਥੋਂ ਰਿਐਕਟੈਂਟਸ ਦੀ ਐਨਰਜੀ ਸ਼ੁਰੂ ਹੋਈ ਐਂਡ ਇਟ ਵੈਂਟ ਟੂ ਦਿਸ ਸਟੈਪ ਜਿੱਥੇ ਥ੍ਰੈਸ਼ਹੋਲਡ ਐਨਰਜੀ ਆਪਾਂ ਕਹਿੰਦੇ ਸੀ ਕਿ ਇਟ ਸ਼ੁੱਡ ਹੈਵ ਥ੍ਰੈਸ਼ਹੋਲਡ ਐਨਰਜੀ। ਸੋ ਆਹ ਹੈਗੀ ਆ ਤੁਹਾਡੀ ਥ੍ਰੈਸ਼ਹੋਲਡ ਐਨਰਜੀ। ਸੋ ਦਿਸ ਇਜ਼ ਥ੍ਰੈਸ਼ਹੋਲਡ ਐਨਰਜੀ। So all the molecules have to reach this point, they have to obtain threshold energy to get converted into the products. So ਬਟ ਜਿਹੜੀ ਇਹਦਾ ਮਤਲਬ ਰਿਐਕਟੈਂਟਸ ਨੂੰ ਥੋੜ੍ਹੀ ਜਿਹੀ ਐਨਰਜੀ ਹੋਰ ਗੇਨ ਕਰਨੀ ਪੈਂਦੀ ਹੈ, ਆਹ ਵਾਲੀ ਅਮਾਊਂਟ, ਦਿਸ ਵਨ। ਸੋ ਦਿਸ ਇਜ਼ ਐਕਟੀਵੇਸ਼ਨ ਐਨਰਜੀ, ਕਿਉਂਕਿ ਉਹਨਾਂ ਨੂੰ ਉੱਪਰਲੇ ਪੁਆਇੰਟ ਤੱਕ ਤਾਂ ਪਹੁੰਚਣਾ ਹੀ ਪੈਣਾ, ਜਿਹੜੀ ਟੌਪ ਵਾਲੀ ਪੋਜੀਸ਼ਨ ਹੈ ਵਿਚ ਇਜ਼ ਥ੍ਰੈਸ਼ਹੋਲਡ ਐਨਰਜੀ। ਸੋ ਉੱਪਰਲੇ ਨੂੰ ਅਸੀਂ ਲੇਬਲ ਕਰ ਸਕਦੇ ਹਾਂ ਥ੍ਰੈਸ਼ਹੋਲਡ ਐਨਰਜੀ। ਆ ਹੋ ਗਈ ਐਨਰਜੀ ਆਫ ਰਿਐਕਟੈਂਟਸ, ਜਾਂ ਇਹਨੂੰ ਅਸੀਂ ER ਵੀ ਕਹਿ ਸਕਦੇ ਹਾਂ, ਹੈ ਨਾ। ਸੋ ਦਿਸ ਇਜ਼ ਐਨਰਜੀ ਆਫ ਰਾਈਟ ਹੈਂਡ ਸਾਈਡ 'ਤੇ ਜਿਹੜੀ ਥੱਲੇ ਜਿੱਥੇ ਪ੍ਰੋਡਕਟਸ ਲਿਖੇ ਹੋਏ ਨੇ ਇਹ EP ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹਨੂੰ ਆਪਾਂ EP ਕਹਿ ਸਕਦੇ ਹਾਂ। ਸੋ ਦ ਗਿਵਨ ਐਕਸਪ੍ਰੈਸ਼ਨ ਹੇਅਰ ਇਜ਼ E activation. So activation energy is this much. So this is equal to threshold energy, ਆ ਜਿਹੜੀ ਐਨਰਜੀ ਹੈ, ਤੇ ਐਨਰਜੀ ਮਾਈਨਸ ਐਨਰਜੀ ਆਫ ਰਿਐਕਟੈਂਟਸ, ਦੋਨਾਂ ਦਾ ਡਿਫਰੈਂਸ ਹੈ। ਸੋ ਜਿਹੜੀ ਕਿ ਆਹ ਰਿਐਕਸ਼ਨ 'ਚ ਦਿਖਾਇਆ ਹੋਇਆ E activation is threshold energy minus E ground state energy, ਜਾਂ ਫਿਰ ER ਵੀ ਇੱਥੇ ਲਿਖ ਸਕਦੇ ਹਾਂ ਆਪਾਂ, ਇਹਦੀ ਥਾਂ ਤੇ we can write ER, energy of reactants, ਠੀਕ ਹੈ। Okay, then what is the definition for this? This is the minimum amount of additional energy required by the reactants to undergo effective collisions is known as activation energy. So but ਇਹਦੇ 'ਚ ਮੈਂਸ਼ਨ ਕਰਨਾ ਜ਼ਰੂਰੀ ਹੈ ਜਿਹੜੀ ਤਾਂ ਸੀ threshold energy, this is total amount of energy that has to be present within the reactants to change into the products. ਇਹ ਤਾਂ ਇਹ ਸੀ। ਇਹ ਹੈਗੀ additional amount of energy which the reactants must acquire. So additional energy required by the reactants to undergo effective collisions. So additional energy ਇਹਨੂੰ ਕਹਿਣਾ, ਜਿਹੜੀ ਉੱਪਰ ਵਾਲੀ ਸੀ ਉਹ ਟੋਟਲ ਐਨਰਜੀ ਚਾਹੀਦੀ ਹੈ ਨਾ, ਆਹ ਟੋਟਲ ਚਾਹੀਦੀ ਹੈ, ਇਹ ਵਾਲੀ ਹੈ ਜਿਹੜੀ ਐਡੀਸ਼ਨਲ ਚਾਹੀਦੀ ਹੈ, ਦਿਸ ਇਜ਼ ਐਡੀਸ਼ਨਲ ਐਨਰਜੀ, ਰਾਈਟ। ਦੋਨਾਂ ਦਾ ਇਹ ਫਰਕ ਹੈ। ਅੱਛਾ, ਹੁਣ ਅਸੀਂ ਅੱਗੇ ਦੇਖਣਾ ਹੈ, ਆਹ ਹੋ ਗਈ, ਇਹਦਾ ਮਤਲਬ ਜਦੋਂ ਰਿਐਕਟੈਂਟਸ ਤੋਂ ਨੈਟ ਚੇਂਜ ਤਾਂ ਇੰਨੀ ਹੋਈ, ਕਿਉਂਕਿ ਜਦੋਂ ਸ਼ੁਰੂ ਕੀਤਾ ਸੀ ਇੰਨੀ ਐਨਰਜੀ ਹੈ, ਅਖੀਰ 'ਤੇ ਆਖੀ ਇੰਨੀ ਐਨਰਜੀ ਹੈ। ਅਤੇ ਜਿਹੜੀ ਆਪਾਂ ਕਹਿੰਦੇ ਹੁੰਦੇ ਹੀਟ ਆਫ ਰਿਐਕਸ਼ਨ ਜਾਂ ਐਨਥੈਲਪੀ ਆਫ ਰਿਐਕਸ਼ਨ, ਇਟ ਇਜ਼ ਦਿਸ ਚੇਂਜ ਇਨ ਐਨਥੈਲਪੀ ਆਫ ਦ ਰਿਐਕਸ਼ਨ, ਕਿ ਸ਼ੁਰੂ 'ਚ ਜਿੰਨੀ ਸੀ ਹੁਣ ਕਿੰਨੀ ਹੈ। ਸੋ ਇਹ ਡਿਪੈਂਡ ਕਰੂਗਾ ਕਿ ਰਿਐਕਟੈਂਟਸ ਦਾ ਜਿਹੜੇ ਪ੍ਰੋਡਕਟਸ ਨੇ, ਜੇ ਇੱਥੇ ਘੱਟ ਹੈ, ਫੋਰ ਐਗਜ਼ਾਮਪਲ ਆ ਜਿਹੜੀ ਸ਼ੋਨ ਐਗਜ਼ਾਮਪਲ ਹੈ, ਤਾਂ ਰਿਐਕਟੈਂਟਸ ਦੀ ਐਨਰਜੀ ਜ਼ਿਆਦਾ, ਪ੍ਰੋਡਕਟਸ ਨੇ ਇਵੋਲਵ ਮਤਲਬ ਕਹਿ ਲਓ ਕਿ ਇਵੋਲਵ ਕੀਤੀ ਹੈ ਨਾ, ਪ੍ਰੋਡਿਊਸ ਕੀਤੀ ਹੈ। when reactant change into products, this much energy has been given out. So products ਦੀ ਐਨਰਜੀ ਦਾ ਮਤਲਬ ਘੱਟ ਗਈ ਐਜ਼ ਕੰਪੇਅਰ ਟੂ ਰਿਐਕਟੈਂਟਸ। ਸੋ ਜਿਹੜੀਆਂ ਰਿਐਕਸ਼ਨ ਦੇ ਵਿੱਚ ਐਨਰਜੀ ਪ੍ਰੋਡਿਊਸ ਹੁੰਦੀ ਹੈ, ਹੀਟ ਗਿਵਨ ਆਊਟ ਹੁੰਦੀ ਹੈ, ਉਹਨਾਂ ਨੂੰ ਕਹਿੰਦੇ ਹੋ ਐਗਜ਼ੋਥਰਮਿਕ ਰਿਐਕਸ਼ਨ। ਸੋ ਇਹ ਐਗਜ਼ੋਥਰਮਿਕ ਰਿਐਕਸ਼ਨਸ ਨੇ, ਹੈ ਨਾ। ਦਿਸ ਇਜ਼ ਦ ਐਗਜ਼ਾਮਪਲ ਆਫ ਐਗਜ਼ੋਥਰਮਿਕ ਰਿਐਕਸ਼ਨ। ਅੱਛਾ, ਹੁਣ ਇੱਕ ਐਗਜ਼ਾਮਪਲ ਜਿਹਦੇ 'ਚ ਹੋਏਗੀ, ਦਿਸ ਇਜ਼ ਐਗਜ਼ੋਥਰਮਿਕ ਰਿਐਕਸ਼ਨ, ਹੈ ਨਾ, ਜਿੱਥੇ ਆਪਾਂ ਦਿਖਾਇਆ ਕਿ ਰਿਐਕਟੈਂਟਸ ਦੀ ਐਨਰਜੀ ਜ਼ਿਆਦਾ ਹੈ ਅਤੇ ਪ੍ਰੋਡਕਟਸ ਦੀ ਘੱਟ ਹੈ। ਇਹ ਹੋ ਗਈ ਐਗਜ਼ੋਥਰਮਿਕ ਰਿਐਕਸ਼ਨ। ਡੈਲਟਾ H ਇਹਦੇ 'ਚ ਆਪਾਂ ਦਿਖਾਇਆ ਕਿ ਨੈਗੇਟਿਵ ਹੈ ਨਾ, ਅਤੇ ਇਵੋਲਵ ਹੋ ਰਹੀ ਹੈ, ਜਿੱਥੇ ਹੀਟ ਪ੍ਰੋਡਿਊਸ ਹੋ ਰਹੀ ਹੈ, ਉਹ ਜਿਹੜਾ ਐਗਜ਼ੋਥਰਮਿਕ ਹੈ। ਇਹਦੇ ਬਰਾਬਰ ਹੀ ਆਹ ਇੱਕ ਦਿਖਾਈ ਹੋਈ ਹੈ ਡਾਇਗ੍ਰਾਮ, ਜਿੱਥੇ ਰਿਐਕਟੈਂਟਸ ਦੀ ਐਨਰਜੀ ਘੱਟ ਹੈ ਅਤੇ ਪ੍ਰੋਡਕਟਸ ਦੀ ਜ਼ਿਆਦਾ ਹੈ, ਮਤਲਬ ਉਸ ਤੋਂ ਬਾਅਦ ਐਬਜ਼ੋਰਬ ਕਰ ਲਈ ਅਤੇ ਜਿੰਨੀ ਸੀਗੀ ਉੱਥੇ ਪਹੁੰਚਿਆ ਹੀ ਨਹੀਂ ਲੈਵਲ, ਉੱਪਰ ਹੀ ਰਹਿ ਗਿਆ ਹੋਇਆ, ਸਿਸਟਮ ਦੀ ਐਨਰਜੀ ਇਨਕਰੀਜ਼ ਹੋ ਗਈ ਹੋਈ ਹੈ। ਸੋ ਡਿਊਰਿੰਗ ਦਿਸ ਰਿਐਕਸ਼ਨ ਐਨਰਜੀ ਹੈਜ਼ ਬੀਨ ਐਬਜ਼ੋਰਬਡ, ਹੀਟ ਐਨਰਜੀ ਹੈਜ਼ ਬੀਨ ਐਬਜ਼ੋਰਬਡ, ਕਿੰਨੀ, ਆਹ ਇੰਨੀ ਅਮਾਊਂਟ, ਇੰਨਾ ਫਰਕ ਹੈ ਰਿਐਕਟੈਂਟਸ ਅਤੇ ਪ੍ਰੋਡਕਟਸ ਦਾ। ਸੋ ਹੁਣ ਇਹਦੇ ਵਿੱਚ ਐਡ ਹੋ ਗਈ ਸਿਸਟਮ 'ਚ, ਇਹਨੂੰ ਅਸੀਂ ਕਹਿੰਦੇ ਹਾਂ ਦਿਸ ਇਜ਼ ਸਿਸਟਮ, ਉਹਦੇ ਨਾਲ ਕੂਲ ਡਾਊਨ ਹੋਊਗਾ ਕਿਉਂਕਿ ਐਨਰਜੀ ਐਬਜ਼ੋਰਬ ਹੋਈ ਹੈ। So here delta H is positive. So these two energy level diagrams are for exothermic and this is for endothermic reaction. Now one more set of figures is given. ਅੱਛਾ, ਇਹਦੇ ਲਈ ਪਹਿਲਾਂ ਟ੍ਰਾਂਜੀਸ਼ਨ ਸਟੇਟ ਥਿਊਰੀ ਹੈ, ਟ੍ਰਾਂਜੀਸ਼ਨ ਸਟੇਟ ਥਿਊਰੀ। ਉਹਦੇ 'ਚ ਕਹਿੰਦੇ ਆ ਕਿ ਰਿਐਕਟੈਂਟਸ ਜਿਹੜੇ ਨੇ
they add on to form some intermediate state which is high in energy कि reactant A ਤੇ BC ਦੇ ਵਿੱਚ bond है, BC molecule है, A कोई अलग species है. When reactants combine together to form some transition state, some intermediate state, ਤਾਂ ਉਹਦੇ 'ਚ ਕੀ ਹੁੰਦਾ ਹੈ कि A B ਦਾ ਨਵਾਂ bond partial bond ਬਣਨਾ ਸ਼ੁਰੂ ਹੁੰਦਾ ਹੈ ਤੇ BC ਵਾਲਾ break ਹੋਣਾ ਸ਼ੁਰੂ ਹੁੰਦਾ ਹੈ. ਸੋ ਇਸ ਤਰ੍ਹਾਂ ਦੀ species ਦੀ energy ਹੈ ਜਿਹੜੀ reactant ਤੋਂ ਜ਼ਿਆਦਾ ਹੁੰਦੀ ਹੈ. So this is in transition state theory, this is known as transition state. ठीक है. सो इत्थे सारा एक्सप्लेन किया हुआ इन्होंने, तुसीं पढ़ोगे तो transition state represents a probable arrangement of atoms corresponding to energy barrier in which a bond is partly broken and a new bond has begun to form. So this is a partial linkage of all the atoms. कुछ bond बन रहे हैं, कुछ टुट रहे हैं. सो ये क्योंकि आप थर्मोडाइनमिक्स डेल्टा एच इज इक्वल टू डेल्टा जी इज इक्वल टू डेल्टा एच मीनस टी डेल्टा एस पढ़ते हैं ना. सो डेल्टा एच ना भी रिप्रजेंट करते हैं इस चेंज नूं, ते इहदे च आपां डेल्टा जी नाल दिखाया होया, इहदे च डेल्टा जी दिखाई हुई है. मैं पहला ही एग्जाम्पल डेल्टा एच दिखाया सी. वी कैन यूज़ डेल्टा एच और डेल्टा जी दोनों ही क्योंकि इंटरकन्वर्टिबल ने इक्वेशन दे नाल. सो इत्थे जी एनर्जी चेंज है, दिस इज़ अगेन फॉर जिथे रिएक्टेंट्स की एनर्जी ज़्यादा है तो प्रोडक्ट्स की घट आ एक्सोथर्मिक रिएक्शन लई दिखाई हुई है. सो दिस इज़ ट्रांजिशन स्टेट. हुण कई बार इस तरह हुंदा कि किसी रिएक्शन दे विच ये ट्रांजिशन स्टेट दो ट्रांजिशन स्टेट्स आ जांदियां कि सम इंटरमीडिएट इज़ फॉर्मड कि ट्रांजिशन स्टेट ब्रेक ऑफ होके कुछ नवा स्पीशीज़ बन गई जिहदे च फिर फर्दर चेंज होगी तो फिर प्रोडक्ट बनने जाके. So it is shown by this example कि these are the reactants. Reactants pass through transition state. उत्ते जाके इत्थे transition state बन गई, नवी कोई activated state इत्थे बनती है. Then it breaks off to form intermediate. इत्थे जाके intermediate convert हो जाता है. This is intermediate. आ वाला intermediate लिखा हुआ है. So some new species is formed. जो भी bonds की breakage ते नवी making तो बाद नवी species इत्थे appear हो जाती है. सो ये फिर इनू फिर प्रोडक्ट्स कन्वर्ट होने लिए एक होर इस तरह का मैक्सीमम दिखाया हुआ. नाउ देयर इज़ पॉसिबिलिटी कि या तो पहला हंप जिहड़ा एनर्जी हंप है ये वड्डा होवे है ना, तो दूजा छोटा होवे, या फिर अदर वे राउंड भी हो सकता है कि पहला बैरीयर घट उच्चा है, दूजे वाला ज़्यादा उच्चा है. अच्छा, हुण दोनों का मतलब की है. हुण जे पहले वाला है ये जे इंटरमीडिएट जे पहला स्टैप मुश्किल होगा, फॉर एग्जाम्पल जे तुसीं साइकलिंग कर रहे हो किसी उच्ची जगह तो पहाड़ी वाली स्टेट तो लंघ रहे हो, मतलब ज़्यादा उच्चा कोई पुल होवे, जदों तुसीं पहली बारी चढ़ के जाओगे ज़्यादा उच्चा है तो इंटरमीडिएट स्टेट दे विच मतलब वो उतरन तो बाद इत्थे पहुँचोगे. सो पहला तुहानूं लगूगा कि बहुत मुश्किल सीगा, दैट वाज द स्लो स्टैप, जिथे थक जाओगे हौली जाना पऊगा. उस तो बाद अगली जे छोटा कोई पुल आउंदा तो तुहानूं लगना वो फटाफट तो क्रॉस कर जाओगे उन्होंने. सो दैट विल बी एन ईजीयर टास्क है ना अगे जाने लई, प्रोडक्ट्स वल जाने लई. सो इत्थे जिहड़ा उच्चा बैरीयर है दैट इज़ स्लो, उत्थे सानूं ज़्यादा एफर्ट पुट इन करनी पैंदी है. इवें जिवें मॉलीक्यूल्स लई भी सेम केस है कि दे हैव टू पुट मोर एफर्ट, ज़्यादा एनर्जी किधरों ना किधरों इकट्ठी करके उत्थे पहुँचना पैंदा है. जिहड़े मॉलीक्यूल्स उत्थे पहुँचणगे उही कन्वर्ट होणगे अगे इंटरमीडिएट्स, फिर इंटरमीडिएट वाले फिर एनर्जी इकट्ठी करके ट्रांजिशन स्टेट 2 च जाणगे तो फिर प्रोडक्ट्स दे विच कन्वर्ट होणगे. सो इन दिस केस जिहड़ा भी बैरीयर तुसीं उच्चा दिखा रहे हो पहला दिखा रहे हो, सो दैट इज़ स्लो स्टैप, क्योंकि असीं कहने हैं कि रेट डिटर्मिनिंग स्टैप इज़ अ स्लो स्टैप. सो द हेयर फर्स्ट स्टैप इज़ स्लो स्टैप एंड इन सेकेंड केस द सेकेंड बैरियर इज़ हाई फॉर सेकेंड ट्रांजिशन स्टेट. नाउ हेयर दिस स्टैप इज़ स्लो स्टैप, आ सेकेंड वाला जिहड़ा आ वाला. सो दिस इज़ रेट डिटर्मिनिंग स्टैप. सो हुण जे असीं इंटरमीडिएट स्टेट भी देखिए तो इस केस दे विच स्टेबल है. हियर द इंटरमीडिएट is stable because this is time consuming process, this is slow step. So इत्थे intermediate stable होगा जिथे अगे बैरीयर वड्डा आ गया होया. पहले केस दे विच अनस्टेबल सी कि जदों एक बार इंटरमीडिएट बन गया इन्हें फटाफट क्योंकि एनर्जी बैरीयर उड्डा नहीं है हुण उन्हें छेती क्रॉस कर देना. सो हेयर इट इज़ अनस्टेबल. सो इन्नी गल बेटा समझण दी लोड़ है. रैसट इज़ सेम जिन्ना कि तुसीं पढ़िया होया. सो इन्नियां गल्लां बेटा इत्थे एनर्जी बैरीयर च करन दी जरूरत है. सो दैट्स ऑल फॉर टुडे.